ਅੱਜ ਸਾਡੇ ਨਾਲ ਕਿਸਾਨੀ ਸੰਘਰਸ਼ 'ਚ ਕੀ ਹੋ ਰਿਹਾ, ਜੋ ਰੰਗਜੇਬ ਕਰਦਾ ਸੀ ਜੋ ਅੱਜ ਇਹ ਕਰ ਰਹੇ, ਇਹਨਾਂ 'ਚ ਕੋਈ ਫਰਕ ਨਹੀਂ। ਜਿਸ ਤਰ੍ਹਾਂ ਪੰਜਾਬ ਨੇ ਇਹ ਸੰਘਰਸ਼ ਲੜਿਆ ਤੇ ਸਟੇਟ ਨੂੰ ਟੱਕਰ ਦਿੱਤੀ ਆ, ਮੱਥਾ ਲਾਇਆ, ਲੈ ਹੋਰ ਕਿਸੇ ਖਿੱਤੇ ਦਾ ਬੰਦਾ ਕੋਈ ਲੜ ਕੇ ਦਿਖਾ ਦੇ। ਆਪਾਂ ਇਕੱਠੇ ਤਾਂ ਹੋ ਕੇ ਬਹੁਤ ਵਾਰੀ ਬੈਠ ਜਾਂਦੇ ਆ, ਬੜੇ ਵੱਡੇ ਵੱਡੇ ਇਕੱਠ ਵੀ ਹੋਏ ਆ, ਬੜੇ ਸੰਘਰਸ਼ ਵੀ ਲੜੇ ਆ, ਸਾਰੇ ਸੰਘਰਸ਼ੀ ਬੰਦੇ ਬੈਠੇ ਆ, ਜ਼ਮੀਰਾਂ ਜਾਗਦੀਆਂ, ਪਰ ਸਾਡਾ ਫੌ ਨਹੀਂ ਪੈਂਦਾ, ਕਦੇ ਹੀ ਨਹੀਂ ਪੈਂਦਾ ਫੌ ਸਾਡਾ। ਬੜੇ ਸੰਘਰਸ਼ ਖੜੇ ਹੁੰਦੇ ਆ, ਸਾਨੂੰ ਐਂ ਲੱਗਦਾ ਸਰਬੱਤ ਖਾਲਸਾ ਵੇਲੇ ਵੀ ਹੁਣ ਕੁਛ ਬਣੋ, ਫੇਰ ਨਹੀਂ ਫੌ ਪਿਆ। ਬਰਗਾੜੀ ਵੇਲੇ ਮੋਰਚਾ ਲੱਗਿਆ ਵੀ ਹੁਣ ਕੁਛ ਬਣੂ, ਫੇਰ ਨਹੀਂ ਫੌ ਪਿਆ। ਤੇ ਜੇ ਮੈਂ ਸੱਚ ਤੁਹਾਨੂੰ ਦੱਸਾਂ, ਕਿਸਾਨੀ ਸੰਘਰਸ਼ ਵੇਲੇ ਵੀ ਉਹੀ ਅਸੀਂ ਮਹਿਲ ਸਾਰ ਲਏ, ਫੇਰ ਨਹੀਂ ਫੌ ਪੈ ਰਿਹਾ। ਤਾਂ ਸਾਡੀ ਲੜਾਈ ਕੀ ਆ, ਅਸੀਂ ਕਿੱਥੇ ਖਤਾ ਖਾ ਰਹੇ ਹਾਂ, ਕਿੱਥੇ ਸਾਡੀ ਵਿਉਂਤਬੰਦੀ, ਸਾਡੀ ਰਣਨੀਤੀ 'ਚ ਕਿਤੇ ਕਮੀ ਰਹਿ ਜਾਂਦੀ ਆ। ਜਦੋਂ ਤੱਕ ਇਹ ਗੱਲ ਤੁਹਾਡੇ ਸਮਝ ਨਹੀਂ ਆਊਗੀ, ਦੇਖੋ ਇਹ ਗੱਲ ਮੈਂ ਤੁਹਾਨੂੰ ਉਸ ਸ਼ਖਸ, ਉਸ ਜਰਨੈਲ, ਉਹਨਾਂ ਦਾ ਹਵਾਲਾ ਦੇ ਕੇ ਸਮਝਾਉਣੀ ਚਾਹਣਾ। ਜਿਹਦੇ ਇਹ ਗੱਲ ਸਮਝ ਆ ਜੂਗੀ ਉਹ ਅਸਲ ਲੜਾਈ ਤੇ ਆ ਜੂਗਾ, ਜਿਹਦੇ ਇਹ ਨਹੀਂ ਸਮਝ ਆਉਣੀ ਉਹ ਫਿਰ ਗੁਲਾਮੀ ਦੀ ਮਾਨਸਿਕਤਾ 'ਚ ਗਲਤਾਨ ਆ। ਤੇ ਜਦੋਂ ਕਿਤੇ ਗੁਰੂ ਮਹਾਰਾਜ ਦੀ ਮਿਹਰ ਹੋਊਗੀ ਜਾਂ ਇਹੋ ਜਿਹੇ ਸੰਤ ਅਤਰ ਸਿੰਘ ਵਰਗੇ ਮਹਾਂਪੁਰਸ਼ਾਂ ਦੀ ਮਿਹਰ ਹੋਊਗੀ ਤੇ ਉਹ ਅੱਖਾਂ ਮੂਹਰੋਂ ਪਰਦਾ ਫਿਰ ਕਿਤੇ ਚੱਕਿਆ ਜਾਊਗਾ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਇਹ ਗੱਲ ਕਹੀ ਸੀ ਵੀ ਸਾਨੂੰ ਇਹ ਗੁਲਾਮੀ ਗਲੋਂ ਲਾਉਣੀ ਪੈਣੀ ਆ, ਸਾਨੂੰ ਉਹ ਰਾਹ ਇਖਤਿਆਰ ਕਰਨਾ ਪੈਣਾ। ਇਹ ਅੱਜ ਕਰ ਲਓ, ਹੋਰ 10 ਸਾਲਾਂ ਨੂੰ ਕਰ ਲਓ, 50 ਨੂੰ ਕਰ ਲਓ, ਇਹ ਸਾਡੇ ਉੱਤੇ ਆ। ਹੁਣ ਇਹ ਵਾਕਈ ਪੰਜਾਬ ਦੀ ਕੌਮੀਅਤ, ਬਾਈ ਜੀ ਨੇ ਬੜੀਆਂ ਗੱਲਾਂ ਕਹੀਆਂ, ਅਸੀਂ ਬਹੁਤ ਕੁਝ ਬੱਚਿਆਂ ਲਈ ਕਰ ਰਹੇ ਹਾਂ, ਲਿਆਕਤ ਉਹਨਾਂ ਦੀ ਸਿੱਖਿਆ ਲਈ ਬੜਾ ਕੁਝ ਕੀਤਾ ਜਾ ਰਿਹਾ, ਬੜੀ ਤਰ੍ਹਾਂ ਦੀ ਮੈਡੀਕਲ ਜਿਹੜੀ ਸਿਹਤ ਸੇਵਾਵਾਂ ਵੀ ਦਿੱਤੀਆਂ ਜਾ ਰਹੀਆਂ, ਪਰ ਕੀ ਅਸੀਂ ਕੌਮੀ ਲੜਾਈ ਲੜ ਰਹੇ ਹਾਂ ਕਿਤੇ? ਜੇ ਅਸੀਂ ਇਹ ਗੱਲ ਨਹੀਂ ਸਮਝਦੇ ਤੇ ਅਸੀਂ ਸੰਘਰਸ਼ਾਂ ਦੇ ਉੱਤੇ ਆਪਦੇ ਮਹਿਲ ਬਣਾ ਰਹੇ ਹਾਂ, ਤੇ ਮੁੜ ਕੇ ਸੰਘਰਸ਼ ਤਾਂ ਜਵਾਲਾਮੁਖੀ ਵਾਂਗੂ ਹੁੰਦਾ, ਉਹਨੇ ਫਟਣਾ ਹੀ ਫਟਣਾ, ਫਿਰ ਉਹਦੇ ਉੱਤੇ ਮਹਿਲ ਬਣਾਉਣ ਵਾਲੇ ਤਾਂ ਕਮਲੇ ਹੁੰਦੇ ਆ। ਉਹ ਜਵਾਲਾਮੁਖੀ ਨੂੰ ਫਟਣ ਤੋਂ ਕੌਣ ਰੋਕ ਸਕਦਾ? ਉਹ ਜਦੋਂ ਫਟਿਆ ਉਹਦੇ ਲਾਵੇ ਦੇ ਨਾਲ ਸਭ ਕੁਝ ਉੱਡ ਜਾਂਦਾ। ਸਾਡੇ ਨਾਲ ਇਹ ਹੋ ਰਿਹਾ, ਸਾਨੂੰ ਸਾਡੀ ਲੜਾਈ ਨਹੀਂ ਸਮਝ ਆ ਰਹੀ, ਸਾਡੀ ਲੜਾਈ ਕੀ ਆ। ਸਮੱਸਿਆ ਜਾਂ ਮਸਲਿਆਂ ਦੀ ਸਮਝ, ਦੇਖੋ ਬੜੀਆਂ ਕੌਮਾਂ ਤੇ ਆਪਾਂ ਜਿੱਥੇ ਅੱਜ ਖੜੇ ਆ ਨਾ, ਇਹ ਕਿਸੇ ਵੇਲੇ ਯਹੂਦੀਆਂ ਤੇ ਇਹੀ ਵਰਤਾਰਾ ਵਾਪਰਿਆ ਸੀ, ਉਹਨਾਂ ਤੇ ਵੀ ਅਸੀਂ ਘੱਲੂਘਾਰਿਆਂ ਚੋਂ ਨਿਕਲੇ ਆ। ਪਹਿਲਾਂ ਜਦੋਂ 18ਵੀਂ ਸਦੀ ਤੋਂ ਲੈ ਕੇ ਹੁਣ ਤੱਕ ਸਾਡੇ ਘੱਲੂਘਾਰੇ ਸਾਡੇ ਨਾਲ ਹੋਏ ਆ, ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਫਿਰ 84 ਵੇਲੇ ਫਿਰ ਘੱਲੂਘਾਰਾ, ਫਿਰ ਸਾਡੀ ਜੋ ਦਿੱਲੀ 'ਚ ਸਾਡੇ ਨਾਲ ਵਾਪਰਿਆ। ਪਰ ਅੱਜ ਤੱਕ ਕੌਮ ਨੂੰ ਸਮਝ ਨਹੀਂ ਆਈ ਚੱਲ ਕੀ ਰਿਹਾ, ਪੰਜਾਬ ਨੂੰ, ਪੰਜਾਬੀਅਤ ਨੂੰ ਸਮਝ ਨਹੀਂ ਆਈ ਇਹਦੇ ਪਿੱਛੇ ਚੱਲ ਕੀ ਰਿਹਾ। ਜਦੋਂ ਤੱਕ ਸਾਨੂੰ ਇਸ ਸਮੱਸਿਆ ਦਾ, ਇਹਨਾਂ ਮਸਲਿਆਂ ਦਾ ਸਾਨੂੰ ਸਮਝ ਨਹੀਂ ਆਊਗੀ, ਅਸੀਂ ਸਿਰ ਜੋੜ ਕੇ ਨਹੀਂ ਬੈਠਾਂਗੇ। ਕੌਮਾਂ ਜਾਂ ਇੱਕ ਖਿੱਤੇ ਦੇ ਲੋਕ ਬੜਾ ਟਾਈਮ ਲਾ ਦਿੰਦੇ ਆ, ਸਾਲੋਂ ਬੱਧੀ ਲੱਗ ਜਾਂਦੇ ਆ ਗੱਲ ਸਮਝਣ ਲਈ ਵੀ ਗੱਲ ਹੈ ਕੀ। ਉਨੀ ਸੁਹਿਰਦਤਾ ਸਾਡੇ ਕੋਲੇ ਹੈ ਨਹੀਂ, ਹਜੇ ਤਾਂ ਹੈ ਨਹੀਂ, ਕਿਉਂਕਿ ਇੱਕ ਪਾਸੇ ਖੜਾ ਸਟੇਟ ਹੁਣ ਕੀ ਆ, ਉਹਦੀਆਂ ਨੀਤੀਆਂ ਕੀ ਆ। ਤੁਸੀਂ ਮੈਨੂੰ ਕਹਿ ਰਹੇ ਸੀ ਵੀ ਉਹ ਆਪਦੀ ਠੇਠ ਪੰਜਾਬੀ ਵਾਲੀ ਭਾਸ਼ਾ ਲੈ ਕੇ ਆ ਜਦੋਂ ਆਪਾਂ ਗੱਲ ਕਰਨੀ ਆ, ਕਿਉਂਕਿ ਕਈ ਵਾਰੀ ਇਹ ਗੱਲ ਹੁਣ, ਪਰ ਇਹ ਗੱਲ ਮੈਂ ਵੀ ਕੋਸ਼ਿਸ਼ ਕਰੂੰਗਾ ਜੀ ਲੈ ਕੇ ਆਵਾਂ। ਪਰ ਇੱਕ ਲਫ਼ਜ਼ ਆ ਸਟੇਟ ਕਰਾਫਟ। ਸਟੇਟ ਕਰਾਫਟ ਕੀ ਹੁੰਦਾ ਤੇ ਡੀਪ ਸਟੇਟ ਕੀ ਹੁੰਦੀ ਆ? ਜਦੋਂ ਤੱਕ ਸਾਡੇ 'ਚ ਰਾਜਸੀ ਚੇਤਨਾ ਨਹੀਂ ਨਾ, ਅਸੀਂ ਆਪਦੀ ਲੜਾਈ ਨਹੀਂ ਸਮਝ ਸਕਦੇ। ਇੱਥੇ ਛੋਟੀਆਂ ਜਿਹੀਆਂ ਇੰਨੇ ਕੁ ਟਾਈਮ 'ਚ ਆਪਾਂ
ਇੰਪੋਰਟੈਂਟ ਇੰਨੀਆਂ ਮਹੱਤਵਪੂਰਨ ਗੱਲਾਂ ਕਰੀਏ ਤੇ ਉਹਨਾਂ ਨੂੰ ਸਮਝ ਜੀ ਜਾਈਏ, ਇਹ ਵੀ ਪੋਸੀਬਲ ਨਹੀਂ। ਪਰ ਆਪਾਂ ਜਿੰਨਾ ਕੁ ਸਮਾਂ ਉਹਦਾ ਲਾਹਾ ਲੈ ਸਕਦੇ ਹਾਂ, ਸਿਰ ਜੋੜ ਕੇ ਬੈਠ ਕੇ ਗੱਲਾਂ ਨੂੰ ਮਾੜਾ ਮੋਟਾ ਸਮਝ ਸਕਦੇ ਹਾਂ। ਜਦੋਂ ਅਸੀਂ ਸਟੇਟ ਕਰਾਫਟ ਨੂੰ ਤੇ ਡੀਪ ਸਟੇਟ ਨੂੰ ਸਮਝ ਲਿਆ, ਉਦੋਂ ਸਾਨੂੰ ਇਹ ਪਤਾ ਲੱਗ ਜੂ ਵੀ ਕੌਮੀ ਯੋਧਾ ਕੌਣ ਆ, ਗਦਾਰ ਕੌਣ ਆ ਤੇ ਸਰਦਾਰ ਕੌਣ ਆ। ਉਦੋਂ ਫਿਰ ਕਿਸੇ ਦੇ ਸਰਟੀਫਿਕੇਟ ਵੰਡੇ ਸਾਡੇ ਮਾਨਸਿਕਤਾ ਤੇ ਇਸ ਗੱਲ ਦੇ ਘਰ ਨਹੀਂ ਕਰਨਾ ਵੀ ਫਲਾਨਾ ਗਦਾਰ ਆ ਫਲਾਨਾ ਸਰਦਾਰ ਆ। ਜਦੋਂ ਤੱਕ ਸਾਡੇ ਵੀ ਅੱਖਾਂ ਤੇ ਪੜਦੇ ਪਏ ਆ ਨਾ, ਸਾਨੂੰ ਸਮਝ ਹੀ ਨਹੀਂ ਵੀ ਸਟੇਟ ਕਰਾਫਟ ਕੀ ਹੁੰਦਾ। ਸਰਕਾਰ ਨੂੰ ਦੇਖਦੇ ਆ ਅਸੀਂ, ਸਰਕਾਰ ਕਦੇ ਕਾਂਗਰਸ ਦੀ ਮੁੜ ਕੇ ਬੀਜੇਪੀ ਦੀ, ਉਹਦੇ ਪਿੱਛੇ ਵੀ ਕੁਝ ਪਿਆ। ਉਹਦੇ ਪਿੱਛੇ ਇਸ ਦੇਸ਼ ਨੂੰ ਇਹਦੇ ਇੰਸਟੀਟਿਊਟਸ ਕਿਵੇਂ ਘੜਨੇ ਆ, ਉਹਨਾਂ ਦੇ ਵਿੱਚ ਕਿਹੜੀ ਵਿਚਾਰਧਾਰਾ ਹੋਣੀ ਚਾਹੀਦੀ ਆ, ਇੱਕ ਦੇਸ਼ ਨੂੰ ਇੱਕ ਨੇਸ਼ਨ ਨੂੰ ਬਿਲਡ ਕਿਵੇਂ ਕਰਨਾ, ਇਹ ਸਾਰਾ ਪ੍ਰੋਸੈਸ ਕੌਣ ਚਲਾਉਂਦਾ? ਇਹ ਡੀਪ ਸਟੇਟ ਚਲਾਉਂਦੀ ਆ। ਜਿਹੜੇ ਪਿੱਛੇ ਇਹਦੇ ਬੈਠੇ ਲੋਕ ਆ, ਜਿਨ੍ਹਾਂ ਨੇ ਪਾਲਿਸੀਆਂ ਘੜਨੀਆਂ, ਜਿਨ੍ਹਾਂ ਨੇ ਆ ਚਿਹਰਿਆਂ ਨੂੰ, ਜਿਹੜੇ ਰਾਜਸੀ ਚਿਹਰੇ ਆ, ਇਹਨਾਂ ਨੂੰ ਅੱਗੇ ਲਾ ਕੇ ਉਹਨਾਂ ਪਾਲਿਸੀਆਂ ਨੂੰ ਇੰਪਲੀਮੈਂਟ ਕਰਨਾ। ਜਿਹੜੀ ਪਾਰਟੀ ਮੈਜੋਰਿਟੀ 'ਚ ਆ ਗਈ, ਡੀਪ ਸਟੇਟ ਉਹਦੇ ਤੋਂ ਆਪਦਾ ਕੰਮ ਕਰਾਉਂਦਾ ਵੀ ਇਸ ਨੇਸ਼ਨ ਨੂੰ, ਇਸ ਦੇਸ਼ ਨੂੰ ਚਲਾਉਣਾ ਕਿਵੇਂ ਆ। ਸੋ ਅਸੀਂ ਜਿਹੜੇ ਖਿੱਤੇ 'ਚ ਵਸਦੇ ਆ, ਅਸੀਂ ਇਸ ਦੇਸ਼ 'ਚ ਮਾਈਨੋਰਿਟੀ ਆ, 2%। ਹਾਲਾਂਕਿ ਗਿਣਤੀਆਂ ਮਿੰਤੀਆਂ ਤੋਂ ਸਾਨੂੰ ਸਾਡੇ ਗੁਰੂ ਪਾਤਸ਼ਾਹ ਨੇ ਬਾਹਰ ਕੱਢਿਆ। ਗਿਣਤੀਆਂ ਮਿੰਤੀਆਂ ਸਾਡੇ ਲਈ ਮਾਇਨੇ ਨਹੀਂ ਰੱਖਦੀਆਂ, ਉਹ ਵਾਕਈ ਨਹੀਂ ਰੱਖਦੀਆਂ। ਤਾਂ ਹੀ ਉਹ 1.25 ਲੱਖ ਨਾਲ ਇੱਕ ਲੜਾਊ ਵਾਲੇ ਫਲਸਫੇ ਜਿਹੜੇ ਸਾਡੇ ਕੋਲੇ ਆ, ਉਹ ਇਸੇ ਕਰਕੇ ਆ। ਤੇ ਰੱਖਣੀਆਂ ਵੀ ਨਹੀਂ ਚਾਹੀਦੀਆਂ। ਇੱਥੇ ਮੈਂ ਉਹ ਗੱਲਾਂ ਨਹੀਂ ਕਰਨ ਆਇਆ ਵੀ ਤੁਹਾਡੇ ਪਸੰਦ ਆਉਣ ਤੇ ਤੁਸੀਂ ਮੇਰੀ ਵਾਹ ਵਾਹ ਕਰੋ, ਉਹ ਤਾਂ ਮਕਸਦ ਹੀ ਨਹੀਂ ਨਾ। ਜੇ ਨਾ ਤੁਹਾਡੇ ਤੋਂ ਵੋਟਾਂ ਮੰਗਣ ਆਏ ਆ, ਬਾਈ ਜੀ ਨੇ ਕਿਹਾ ਆਪਾਂ ਤੁਰਾਂਗੇ, ਪਲੇਟਫਾਰਮ ਵੀ ਬਣਾਵਾਂਗੇ। ਔਰ ਮੈਂ ਤੁਹਾਨੂੰ ਸਹੀ ਦੱਸਾਂ, ਪੰਜਾਬ ਦਾ ਜਿਹੜਾ ਹੱਲ ਪਿਆ, ਉਹ ਪਿਆ 3-4 ਲਹਿਰਾਂ ਇਕੱਠੀਆਂ ਚੱਲਣ। ਇੱਥੇ ਰਾਜਸੀ ਲਹਿਰ ਚੱਲੇ, ਸਮਾਜਿਕ ਲਹਿਰ ਚੱਲੇ, ਇੱਥੇ ਪੰਥਕ ਧਾਰਮਿਕ ਲਹਿਰ ਚੱਲੇ, ਤੇ ਡਾਂਗ ਸੋਟੇ ਵਾਲਾ ਵੀ ਚੱਲਣ ਬੰਦੇ ਨਾਲ। ਇਹ ਗੱਲ ਨੂੰ ਸਮਝਣ ਦੀ ਜ਼ਰੂਰਤ ਆ। ਜਦੋਂ ਤੱਕ ਇਹ 4-5 ਲਹਿਰਾਂ ਇਕੱਠੀਆਂ ਨਹੀਂ ਚੱਲਦੀਆਂ ਤੇ ਉਹਨਾਂ ਦਾ ਆਪਸ 'ਚ ਕੋਆਰਡੀਨੇਸ਼ਨ ਨਹੀਂ ਬਣਦਾ, ਜਦੋਂ ਤੱਕ ਉਹ ਬੰਦੇ ਇੱਕ ਦੂਜੇ ਨੂੰ ਸਪੇਸ ਦੇ ਕੇ ਨਹੀਂ ਚੱਲਦੇ ਵੀ ਇੱਕ ਦੂਜੇ ਦੀ ਤੁਸੀਂ ਨਿੰਦਿਆ ਵੀ ਕਰ ਸਕਦੇ ਹੋ, ਇੱਕ ਦੂਜੇ ਦੇ ਐਕਸ਼ਨ ਨੂੰ ਵੀ ਨਿੰਦ ਸਕਦੇ ਹੋ, ਤੇ ਉਸ ਗੱਲ ਨੂੰ ਦੂਜੀ ਧਿਰ ਸਮਝੇ ਤੇ ਉਹਦੀ ਖਿਲਾਫਤ ਜਾਂ ਉਹਦੀ ਦੁਸ਼ਮਣ ਧਿਰ ਨਾ ਬਣ ਕੇ ਖੜੀ ਹੋ ਜੇ। ਅੱਜ ਸਾਡੇ ਨਾਲ ਕਿਸਾਨੀ ਸੰਘਰਸ਼ 'ਚ ਕੀ ਹੋ ਰਿਹਾ? ਜੇ ਅਸੀਂ ਆਪਦੇ ਹੀ ਬਜ਼ੁਰਗਾਂ ਦੀ, ਆਪਦੇ ਆਗੂਆਂ ਦੀ ਮਾੜੀ ਮੋਟੀ ਉਹਨਾਂ ਨੂੰ ਕੋਈ ਨਸੀਹਤ ਦਿੰਨੇ ਆ, ਕਿਉਂ ਨਹੀਂ ਦੇ ਸਕਦੇ? ਦੇ ਸਕਦੇ ਆ। ਉਮਰ ਦਾ ਤੇ ਗਿਆਨ ਦਾ ਤਾਂ ਕੋਈ ਸੰਬੰਧ ਨਹੀਂ। ਇਹ ਤਾਂ ਪਤਾ ਨਹੀਂ ਕਦੋਂ ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਕਿਹੜੀ ਚਿੰਗ ਤੁਹਾਡੇ ਅੰਦਰ ਲਾ ਦੇਣੀ ਆ, ਕਿਹਦੀ ਜ਼ਮੀਰ ਜਾਗ ਜਾਣੀ ਆ, ਕਿਹਦੇ ਅੱਖਾਂ ਤੋਂ ਪਰਦਾ ਉਹ ਉੱਠ ਜਾਣਾ। ਸੰਤਾਂ ਦੇ ਪਰਦਾ ਅੱਖਾਂ ਤੋਂ ਆਈ ਉੱਠ ਗਿਆ ਸੀ ਨਾ। ਉਦੋਂ ਰਵਾਇਤ ਸੀ, ਦਮਦਮੀ ਟਕਸਾਲ ਦੇ ਮੁਖੀ ਸੀ ਵੀ ਜਦੋਂ ਕੋਈ ਮੁਖੀ ਇੱਕ ਅਕਾਲ ਚਲਾਣਾ ਕਰਦਾ, ਔਰ ਸੰਤਾਂ ਨੂੰ ਤਾਂ ਪ੍ਰਤੱਖ ਸੀ ਵੀ ਹੁਣ ਲੜਾਈ ਆਮਣੋ ਸਾਹਮਣੀ ਆ, ਹੁਣ ਤਾਂ ਸ਼ਹਾਦਤ ਦੇਣੀ ਪਊ, ਤੇ ਉਹ ਆਉਣ ਵਾਲੇ ਮੁਖੀ ਦਾ ਨਾਂ ਦੱਸ ਕੇ ਜਾਂਦਾ। ਪਰ ਉਹਨਾਂ ਨੇ ਇਹ ਗੱਲ ਸਮਝ ਲਈ ਸੀ ਵੀ ਇੱਥੇ ਸੰਸਥਾਵਾਂ ਤੇ ਇੱਥੇ ਟਕਸਾਲਾਂ ਦੀ ਲੜਾਈ ਨਹੀਂ ਆ, ਲੜਾਈ ਇਦੋਂ ਵੱਡੀ ਆ। ਸੋ ਮੁਖੀ ਦਾ ਨਾਂ ਦੱਸਣਾ ਨਹੀਂ ਦੱਸਣਾ, ਇਹ ਕੋਈ ਉਸ ਵੇਲੇ ਜਿਹੜੇ ਆਗੂ ਜਾਂ ਜਰਨੈਲ ਹੁੰਦੇ ਆ ਨਾ ਕੌਮਾਂ ਦੇ, ਉਹ ਫਿਰ ਆਪਦੀਆਂ ਸੰਸਥਾਵਾਂ ਤੋਂ ਉੱਤੇ ਉੱਠ ਕੇ ਉਹ ਕੌਮ ਦੀ ਗੱਲ ਕਰਦੇ ਆ, ਉਹ ਉਸ ਪੱਧਰ ਤੇ ਜਾ ਕੇ ਸੋਚਦੇ ਆ। ਸੰਤ ਜਰਨੈਲ ਸਿੰਘ ਨੇ ਅਗਲੇ ਕਿਸੇ ਮੁਖੀ ਦਾ ਨਾਂ ਨਹੀਂ ਦੱਸਿਆ। ਔਰ ਦੇਖੋ, ਇਹੋ ਜਿਹਾ ਬਿਰਤਾਂਤ ਰਚਤਾ ਸਾਡੇ ਲਈ ਜਿਹੜਾ ਅਸੀਂ ਸਮਝ ਹੀ ਨਹੀਂ ਸਕੇ। ਇਹੋ ਜਿਹਾ ਬਿਰਤਾਂਤ ਰਚਤਾ ਜਿਹੜੇ ਵੱਡੇ ਵੱਡੇ ਸਾਹਿਤਕਾਰ, ਵੱਡੇ ਵੱਡੇ ਜਿਹੜੇ ਇੰਟੈਲੈਕਚੁਅਲਸ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਵੀ ਇਹ ਤਾਂ ਬੁੱਧੀਜੀਵੀ ਆ, ਉਹ ਵੀ ਨਹੀਂ ਰਚ ਸਕੇ, ਕਿਤਾਬਾਂ ਲਿਖ ਨਹੀਂ ਰਚ ਸਕੇ। ਜੇ ਕਿਤੇ ਉਹ ਵਰਤਾਰਾ ਨਾ ਵਾਪਰਦਾ, ਅੱਜ ਤੱਕ ਸਾਡੀ ਹੋਂਦ, ਜਿਹੜੀ ਹੋਂਦ ਨੂੰ ਆਪਾਂ ਬਚਾਉਣ ਦੀ ਗੱਲ ਕਰ ਰਹੇ ਆ, ਇਹ ਤਾਂ ਖਤਮ ਸੀ। ਉਹ ਵਰਤਾਰਾ ਵਾਪਰਿਆ ਤਾਂ ਕਈ ਸੰਘਰਸ਼ੀ ਬੰਦੇ, ਕਈ ਯੋਧੇ ਉੱਠੇ ਜਿਨ੍ਹਾਂ ਨੇ ਕੌਮੀ ਲੜਾਈ ਲੜੀ। ਫਿਰ ਔਰ ਕੌਮੀ ਲੜਾਈ ਲੜਨੀ ਤੇ ਆਪਦੇ ਆਪ ਨੂੰ ਐਂਟੀ ਨੈਸ਼ਨਲ ਜਾਂ ਅਸੀਂ ਐਂਟੀ ਨੈਸ਼ਨਲ ਬਣ ਜਾਂਦੇ ਆ, ਨਹੀਂ, ਅਸੀਂ ਐਂਟੀ ਨੈਸ਼ਨਲ ਨਹੀਂ, ਅਸੀਂ ਦੇਸ਼ ਧਰੋਹੀ ਵੀ ਨਹੀਂ। ਇਹ ਤਾਂ ਸਰਕਾਰ ਦਾ ਕੰਮ ਆ ਸਾਡੇ ਤੇ ਠੱਪੇ ਲਾਉਣਾ।
स्वै रखिया कर रहे हैं असीं आपदी। इहदा तां तुसीं वेखो उस कुदरत ने हर जीव नूं स्वै रखिया दा अधिकार दिता। ਉਹਦੇ ਕੋਲੇ कुछ ना कुछ सैल्फ डिफेंस मैकेनिज्म दिता, कुछ ना कुछ वो आपदा सैल्फ डिफेंस कर सकता, चाहे कोई पशु आ, चाहे पंछी आ, ते चाहे मनुख आ। हुण स्वै रखिया करनी भी थोड़े ते इन्हां ने टैग ला देने आ, ये देशद्रोही है, ये एंटी नैशनल आ। ते जे आपां अज इत्थे बैठ के असल लड़ाई की गल करते हैं भी साडी जड़ कित्थे पई आ, मसलियां दा हल किवें होऊ, मसलियां नूं समझीए तां सही, ते सानूं कहणगे भी ये तां बंदे मरवाऊ। देखो साडे आपदे बंदे ही भी ये तां बंदे मरवाऊ। फिर जिहड़े साडे रहबर साडे गुरु जो कुछ कर गए, जिहड़ा इतिहास रच गए, ते घल्लूघारियां च साडियां शहादतां हो गईयां, वो तां यार असीं बंदे मरवाते, बड़ा नुकसान कराता। ये भी एक मानसिकता साडे च चलदी आ, ये भी उस गुलाम प्रवृत्ति दी मानसिकता भी बड़ा नुकसान कराता। यार लहरां कोई व्यापार करन थोड़ी गई आ भी रोटी पानी दे मसले आ। लहरां च तां सिर देने ही पैंदे हुंदे आ। लहरां च देखो जदों हुण मैं तुहानूं एक इतिहास पुरातन एक इतिहास की गल करते हैं। कहंदे जदों महाभारत का युद्ध हो गया ना, ते बलराम सी जिहड़ा वो कृष्ण नूं आके कृष्ण जी नूं आके कहंदा भी तू दोखी आ, तू आपस च भाइयां नूं लड़ा के ते इन्हां दा खून डोलिया, आ धरती लाल हो गई कुरुक्षेत्र दी। ते जे तू आपदे आप नूं रब ही कहलाउणा भी तू रब आ, फिर तू जिहड़े धर्म की स्थापना कर रहा सी, वो धर्म की स्थापना कोई महामारी फैला दिंदा, जिहड़े दोखी आ या धर्मी बंदे उन्हां नूं मरवा दिंदा। वो कहंदा नहीं, ये आउण वाले सदियां तक इस मनुख जात ने ये तो सबक लेना। जदों किते मनुखां नूं मनुखी जात नूं मानस जात नूं धर्म की स्थापना की लड़ाई लड़नी पऊगी, धर्म बिना खून डोलिया स्थापित हो ही नहीं सकता। तुसीं उदों बाद इतिहास देख लो, और उसे धर्म उसे युद्ध चों ये वायलेंस कहते हैं ना भी वायलेंस कराती भी। देखो ये लाल किला हिंसा किवें सरकारां ये आपदियां बोली घड़दियां ते सानू उस बोली दे थ्रू देखण ला दिंदियां। सानू ऐ लगदा भी वाकई यार साडा बंदा, मैनू आपदे आप नूं लग जांदा यार कुछ गलत तां नहीं कर बैठे। एडा वड्डा बिरतांत आ, एडा वड्डा बिरतांत रचदे आ, फिर आपदे सिद्धांतां ते वापस जाने आ, कहंदे नहीं ये तां एक वहण सी। उत्थे कोई दीप सिद्धू हुंदा, दीप सिद्धू की तिणका एक हवा आउंदी आ, झक्खड़ आउंदा, वहण आउंदा, वेग वगदा, ओहदे च ओह वग जांदा नाल ही। उत्थे ओहदा कोई हस्ती नहीं है, लहरां दा एक वेग हुंदा। हुण ओह लहरां च उस वेग दे हिसाब नाल वर्तारे वापरने हुंदे आ। सरकारां उहनूं कहिंदियां इन्हां ने वायलेंस कराता, इन्हां ने आह कराता, साडे बंदे भी मन जांदे आ। ते ओह महाभारत चों गीता निकली, ओह वायलेंस चों ही निकली सी ना। धर्म युद्ध कहा गया उस महाभारत दे युद्ध नूं, ओह वायलेंस ही सी ना। धरती कुरुक्षेत्र दी लाल हो गई सी। सो सानू आपदे बड़ा कुछ, मैं देखो ये गल्लां इस करके कर रहे हैं, राजसी चेतना ते साडी लड़ाई की आ। जदों तक सानू ये नहीं पता लगू उदों तक असीं बहुत लड़ाइयां लड़ी जावांगे, साडा फौ पैना ही नहीं किते। सो साडी राजसी चेतना दा पद्धर इस स्टेट ने साडी मानसिकता नूं फड़ के अज जो क्रिएट किया होया ना, जो साडा राजसी चेतना दा एक पद्धर बन गया, वो बहुत नीवा सानू उत्ते चकना पऊ। एक कलैक्टिव कॉन्शियसनैस हुंदी आ कौम च, एक सामूहिक चेतना, सानू उस सामूहिक चेतना नूं भी उत्ते चकना पऊगा। जिहड़े नौजवान इत्थे बैठे आ उन्हां दी बहुत वड्डी रिस्पोंसिबिलिटी है भाई जी। तुसीं वाकई वो धर्म युद्ध लड़ रहे हो। एक पासे मोदी सरकार खड़ी आ जिन्हां ने एक आपदी फासिस्ट फर्शीवाद दी एक कॉन्स्टिट्यूएंसी तैयार कर ली, लोग तैयार कर ले। वो हो सकता 70 करोड़ होण कि 80 करोड़ होण, गिनती तो आपां नूं नहीं पता, पर तकरीबन इत्थे कि खड़े आ। वो बंदे उन्हां दी आइडियोलॉजी दे नाल उन्हां दा पोलीटिकल ते धार्मिक आइडिया ही बदल गया।
ਜੋ ਰੰਗਜੇਬ ਕਰਦਾ ਸੀ, ਜੋ ਅੱਜ ਇਹ ਕਰ ਰਹੇ ਇਹਨਾਂ 'ਚ ਕੋਈ ਫਰਕ ਨਹੀਂ। ਉਹਦਾ ਵੀ ਦੇਖੋ, ਹਜ਼ਰਤ ਮੁਹੰਮਦ ਸਾਹਿਬ ਨੇ ਕਦੇ ਇਹ ਥੋੜੀ ਸਿਖਾਇਆ ਸੀ ਵੀ ਤੁਸੀਂ ਜਾ ਕੇ ਕਤਲੇਆਮ ਕਰੋ, ਜਨੇਊ ਲਾਓ, ਸਿਰ ਕਲਮ ਕਰੋ। ਔਰ ਇਹੋ ਜਿਹੇ ਜਿਹੜੇ 9ਵੇਂ ਪਾਤਸ਼ਾਹ ਦੇ ਨਾਲ ਜੋ ਹੋਇਆ, ਉਦੋਂ ਪਹਿਲਾਂ ਸਾਡੇ 5ਵੇਂ ਪਾਤਸ਼ਾਹ ਨਾਲ ਜੋ ਹੋਇਆ, ਜੇ ਇਸ ਤਰ੍ਹਾਂ ਤੁਸੀਂ ਵਰਤਾਰੇ ਵਪਾਰੋ, ਇਹ ਕੋਈ ਹਜ਼ਰਤ ਮੁਹੰਮਦ ਸਾਹਿਬ ਜਾਂ ਇਸਲਾਮ ਨਹੀਂ ਸਿਖਾਉਂਦਾ। ਪਰ ਔਰ ਕਿਸੇ ਬੰਦੇ ਦਾ, ਕਿਸੇ ਹੁਕਮਰਾਨ ਦਾ ਐਡਾ ਜੇਰਾ ਜਾਂ ਉਹਦੀ ਆਤਮਿਕ ਤੌਰ ਤੇ ਉਹਦੀ ਆਤਮਾ ਐਡਾ ਭਾਰ ਝੱਲ ਸਕੇ, ਇਹ ਵੀ ਨਹੀਂ ਹੁੰਦਾ। ਵੀ ਐਡਾ ਜ਼ੁਲਮ ਕਰ ਦੋ ਤੁਸੀਂ, ਲੱਖਾਂ ਬੰਦੇ ਉਹ ਮਾਰ ਦੋ ਤੇ ਤੁਹਾਡੀ ਆਤਮਾ ਇੰਨਾ ਭਾਰ ਝੱਲ ਜੇ, ਇਹ ਨਹੀਂ ਹੁੰਦਾ। ਉਹਨਾਂ ਦਾ ਧਰਮ ਦਾ ਤੇ ਪੋਲੀਟੀਕਲ ਆਈਡੀਆ ਵੱਖਰਾ ਹੁੰਦਾ। ਉਹਨਾਂ ਨੂੰ ਐਂ ਲੱਗਦਾ ਵੀ ਅਸੀਂ ਇੱਕ ਧਰਮ ਯੁੱਧ ਲੜ ਰਹੇ ਹਾਂ, ਅਸੀਂ ਇਨਸਾਫ ਕਰ ਰਹੇ ਹਾਂ। ਸੋ ਜੋ ਔਰੰਗਜ਼ੇਬ ਕਰ ਰਿਹਾ ਸੀ, ਵਹਾਬਿਜ਼ਮ ਉਹਨੂੰ ਕਹਿੰਦੇ ਸੀ, ਵਹਾਬੀ, ਉਹੀ ਅੱਜ ਇੱਕ ਵੱਖਰੇ ਰੂਪ 'ਚ ਮੋਦੀ ਸਰਕਾਰ ਕਰ ਰਹੀ ਹੈ। ਜੋ ਉਸ ਵੇਲੇ ਉਹਨੇ ਇੱਕ ਆਪਦੀ ਕਨਸਟੀਟੂਐਂਸੀ ਤਿਆਰ ਕਰ ਲਈ ਸੀ, ਇਹਨਾਂ ਨੇ ਵੀ ਇੱਕ ਆਪਦੀ ਕਨਸਟੀਟੂਐਂਸੀ ਤਿਆਰ ਕਰ ਲਈ ਹੈ। ਸੋ ਜਿਹੜੇ ਸੰਘਰਸ਼ੀ ਬੰਦੇ ਬੈਠੇ ਆ, ਉਹ ਇਸ ਧਰਤੀ ਤੇ ਹੀ ਬੈਠੇ ਆ। ਮੈਂ ਫੇਰ ਕਹਿਣਾ, ਜਿਸ ਤਰ੍ਹਾਂ ਪੰਜਾਬ ਨੇ ਇਹ ਸੰਘਰਸ਼ ਲੜਿਆ ਤੇ ਸਟੇਟ ਨੂੰ ਟੱਕਰ ਦਿੱਤੀ ਆ, ਮੱਥਾ ਲਾਇਆ, ਲੈ ਹੋਰ ਕਿਸੇ ਖਿੱਤੇ ਦਾ ਬੰਦਾ ਕੋਈ ਲੜ ਕੇ ਦਿਖਾ ਦੇ। ਇਹ ਕਿਉਂ ਇਸ ਧਰਤੀ ਤੋਂ? ਇਹਦੇ ਵੀ ਪਿੱਛੇ ਕਾਰਨ ਆ। ਜਿਹੜਾ ਇਨਕਲਾਬ ਇਸ ਧਰਤੀ ਨੇ 250 ਸਾਲ, ਜਦੋਂ ਗੁਰੂ ਸਾਡੇ ਰਹਿਬਰ ਇੱਥੇ ਜਿਸਮਾਨੀ ਰੂਪ 'ਚ ਮੌਜੂਦ ਸੀ, ਜਿਹੜਾ ਇਨਕਲਾਬ ਇਸ ਧਰਤੀ ਨੇ ਦੇਖਿਆ, ਉਹ ਇਸ ਖਿੱਤੇ 'ਚ ਕਿਸੇ ਹੋਰ ਧਰਤੀ ਨੇ ਦੇਖਿਆ ਹੀ ਨਹੀਂ। ਵਾਕਈ ਕਿਤੇ ਕੋਈ ਇਨਕਲਾਬ ਨਹੀਂ ਆਇਆ। ਉਹ ਇਨਕਲਾਬ ਆਇਆ ਤਾਂ ਇਸ ਧਰਤੀ ਤੇ ਆਇਆ ਜਦੋਂ ਕਿਤੇ ਹੱਕ ਦੀ ਗੱਲ ਹੁੰਦੀ ਹੈ ਤਾਂ ਇਹ ਧਰਤੀ ਦੇ ਲੋਕ ਪਹਿਲਾਂ ਖੜੇ ਹੋ ਜਾਂਦੇ ਆ। ਔਰ ਇਹ ਵਰਤਾਰਾ ਵਾਪਰਦਾ ਰਹਿਣਾ। ਪਰ ਜੇ ਅਸੀਂ ਗੱਲ ਕਰਦੇ ਹਾਂ ਮਸਲਿਆਂ ਦੀ ਸਮਝ, ਫੇਰ ਉਹਨਾਂ ਦਾ ਹੱਲ। ਜਦੋਂ ਯਹੂਦੀਆਂ ਤੇ ਇਹ ਵਰਤਾਰਾ ਵਾਪਰਦਾ ਸੀ ਨਾ, ਕੌਮ ਨੇ ਇਕੱਠਾ ਆਪਦੇ ਆਪ ਨੂੰ ਯਹੂਦੀਆਂ ਨੇ ਕਰਕੇ ਤੇ ਬਾਕੀ ਕੌਮਾਂ ਨਾਲੋਂ, ਬਾਕੀ ਜਿਹੜੇ ਖਿੱਤਿਆਂ ਦੇ ਲੋਕਾਂ ਨਾਲੋਂ ਤੋੜ ਲਿਆ। ਤੋੜ ਕੇ ਤੇ ਉਹ ਇਹ ਸਮਝਣ ਲੱਗ ਗਏ ਵੀ ਯਾਰ ਇਹ ਚੱਲ ਕਿਉਂ ਰਿਹਾ। ਆ ਸਾਡੇ 'ਚ ਸਿੱਖਿਆ ਦਾ ਪੱਧਰ ਏਡਾ ਉੱਚਾ, ਸਾਡੇ ਬੰਦੇ ਅਫਸਰ ਜਰਨੈਲ ਆ, ਸਾਡੇ ਕੋਲੇ ਸਾਇੰਟਿਸਟ ਬੈਠੇ ਆ, ਆਇਨਸਟਾਈਨ ਵਰਗੇ, ਸਾਡੇ ਕੋਲੇ ਲਿਆਕਤ ਇੰਨੀ ਆ, ਫੇਰ ਕਿਉਂ ਸਾਡੇ ਨਾਲ ਇਹ ਕੰਮ ਹੋ ਗਏ। ਫਿਰ ਉਹਨਾਂ ਨੇ ਇਹ ਗੱਲ ਸਮਝੀ, ਕਹਿੰਦੇ ਜਦੋਂ ਕਿਤੇ ਬਹੁਤ ਗਿਣਤੀ 'ਚ ਕਿਸੇ ਕੌਮ 'ਚ ਇੱਕ ਜਿਹੜੀ ਜੈਨੋਸਾਈਡ ਇੰਪਲਸ, ਇਹਦੀ ਪੰਜਾਬੀ ਮਾੜੀ ਜੀ ਕਰੋ ਜੀ, ਜੈਨੋਸਾਈਡ ਇੰਪਲਸ ਨੂੰ ਕੀ ਕਹਿੰਦੇ ਆ? ਕਿਸੇ ਹੋਰ ਕੌਮ ਨੂੰ ਮਾਰਨ ਦੀ ਜਿਹੜੀ, ਜਾਂ ਉਹਨੂੰ ਖਤਮ ਕਰਨ ਦੀ ਇੱਕ ਬਿਰਤੀ ਪਈ ਹੋਵੇ ਨਾ, ਹਾਂਜੀ, ਨਸਲਕੁਸ਼ੀ ਦੀ ਬਿਰਤੀ ਪਈ ਹੋਵੇ, ਉਹ ਕਿਸੇ ਖਾਸ ਇਤਿਹਾਸਕ ਮੌਕੇ ਤੇ ਪ੍ਰਗਟ ਹੁੰਦੀ ਆ, ਕਿਸੇ ਖਾਸ ਇਤਿਹਾਸਕ ਮੋੜ ਤੇ ਜਾ ਕੇ ਪ੍ਰਗਟ ਹੁੰਦੀ ਆ। ਫਿਰ ਉਸ ਵੇਲੇ ਤੁਹਾਡੇ ਸਿੱਖਿਆ ਕਿੰਨੀ ਆ, ਤੁਹਾਡੇ ਕੋਲੇ ਅਫਸਰ ਕਿੰਨੇ ਹੋ ਤੁਸੀਂ, ਇਹ ਮੈਟਰ ਹੀ ਨਹੀਂ ਕਰਦਾ। ਜਿਹੜੇ ਜਨਰਲ ਅਰੋੜਾ, ਬੰਗਲਾਦੇਸ਼ ਵਾਰ ਦੇ ਹੀਰੋ, 84 ਵੇਲੇ ਉਹਨਾਂ ਨੂੰ ਵੀ ਆਪਦੀ ਜਾਨ ਬਚਾਉਣੀ ਪਈ ਸੀ। ਇੱਥੋਂ ਤੱਕ ਕਿ ਹੋਮ ਮਿਨਿਸਟਰ, ਰਾਸ਼ਟਰਪਤੀ ਨੂੰ ਆਪਦੀ ਜਾਨ ਬਚਾਉਣੀ ਪਈ ਸੀ। ਸੋ ਜਦੋਂ ਨਸਲਕੁਸ਼ੀ ਦੀ ਬਿਰਤੀ ਨੇ ਕਿਤੇ, ਇਹ ਬਿਰਤੀ ਕਿਤੇ ਚੱਲ ਰਹੀ ਹੈ ਥੱਲੇ, ਉਹ ਇੱਕ ਖਾਸ ਇਤਿਹਾਸਕ ਮੋੜ ਆਉਂਦਾ, ਉਸ ਵੇਲੇ ਉਹ ਪ੍ਰਗਟ ਹੋ ਜਾਂਦੀ ਆ। ਫਿਰ ਇਹ ਬਸ ਇਹ ਕੁਛ ਨਹੀਂ ਦੇਖਦੇ। ਤੇ ਸਾਡੇ ਨਾਲ ਉਹ ਮੋੜ ਆਏ ਹੋਏ ਆ, ਹੋ ਸਕਦਾ ਆਉਣ ਵਾਲੇ ਸਮੇਂ 'ਚ ਵੀ ਉਹ ਮੋੜ ਆਉਣ। ਤੇ ਫਿਰ ਕੌਮ ਨੂੰ ਕਰਨਾ ਕੀ ਚਾਹੀਦਾ, ਪੰਜਾਬੀਆਂ ਨੂੰ ਕਰਨਾ ਕੀ ਚਾਹੀਦਾ? ਜਦੋਂ ਤੱਕ ਅਸੀਂ ਕਲੈਕਟਿਵ ਕੌਨਸ਼ੀਅਸਨੈਸ, ਰਾਜਸੀ ਚੇਤਨਾ, ਸਟੇਟ ਕ੍ਰਾਫਟ, ਡੀਪ ਸਟੇਟ ਕੀ ਆ, ਕੰਮ ਕਿਵੇਂ ਹੁੰਦੀਆਂ, ਏਜੰਸੀਆਂ ਕੀ ਕੰਮ ਕਰਦੀਆਂ, ਸਾਡੇ ਤਾਂ ਸਿੱਧਾ ਜਿਹਾ ਲੱਗ ਜਾਂਦਾ ਨਾ ਵੀ ਆ ਦੀਪ ਸਿੱਧੂ ਏਜੰਸੀਆਂ ਦਾ ਬੰਦਾ ਜੀ ਆ ਖੜਾ ਸਾਹਮਣੇ। ਅਸੀਂ ਤਾਂ ਐਂ ਸਮਝ ਲੈਂਦੇ ਆ ਵੀ ਏਜੰਸੀਆਂ ਦੇ ਬੰਦੇ ਐਂ ਤੁਰੇ ਫਿਰਦੇ ਆ, ਤੇ ਉਹਨਾਂ ਦਾ ਉਹ ਤੁਹਾਡੇ ਨਾਲ ਆਹ ਗੱਲ ਆ ਕੇ ਕਰਨਗੇ ਜਿਹੜੀਆਂ ਗੱਲਾਂ ਮੈਂ ਕਰ ਰਿਹਾ। ਸੋ ਇਹ ਗੱਲਾਂ ਜਦੋਂ ਤੱਕ ਸਾਡੇ ਸਮਝ ਨਹੀਂ ਆਉਣਗੀਆਂ, ਸਾਨੂੰ ਸਾਡੇ ਮਸਲੇ ਨਹੀਂ ਸਮਝ ਆਉਣੇ ਤੇ ਉਹਨਾਂ ਦੇ ਹੱਲ ਨਹੀਂ ਨਿਕਲਣੇ। ਬਾਕੀ ਇੱਕ ਗੱਲ ਜ਼ਰੂਰ ਆ, ਜਦੋਂ ਇਨਕਲਾਬ ਲਿਆਉਣਾ, ਦੇਖੋ ਇਨਕਲਾਬ ਹੁਣ ਦਿੱਲੀ ਬਹਿ ਕੇ ਜੇ ਅਸੀਂ ਕਹੀਏ ਕੋਈ ਅੰਬ ਆ ਤੇ ਅਸੀਂ ਤੋੜ ਲਈਏ, ਇਹ ਕੋਈ ਅੰਬ ਤਾਂ ਨਹੀਂ ਆ ਵੀ ਅਸੀਂ ਤੋੜ ਲਾਂਗੇ।
कोई फल फ्रूट नहीं है, ਇਹਦੇ ਕੋਈ ਫਾਰਮੂਲੇ ਵੀ ਨਹੀਂ ਹੁੰਦੇ। ਸੋ ਪਰ ਇਨਕਲਾਬ ਵਾਸਤੇ ਜਿੰਨੇ ਇਨਕਲਾਬੀ ਯੋਧੇ ਹੋਏ ਆ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਆ, ਜਿਹੜੇ ਤੁਸੀਂ ਬੈਠੇ ਹੋ ਨਾ ਪਿੰਡਾਂ ਦੇ ਆਪਾਂ ਬੰਦੇ ਬੈਠੇ ਆ, ਵੀ ਜਦੋਂ ਕਿਤੇ ਇਨਕਲਾਬ ਨੇ ਉੱਠਣਾ ਜਾਂ ਆਉਣਾ ਉਹਨੇ ਪਿੰਡਾਂ 'ਚ ਉੱਠਣਾ, ਸ਼ਹਿਰਾਂ ਵਾਲਿਆਂ ਨੇ ਮੁੜ ਕੇ ਮਗਰ ਲੱਗਣਾ ਤੁਹਾਡੇ। ਨਹੀਂ ਤਾਂ ਸ਼ਹਿਰਾਂ ਵਾਲੇ ਇੱਕ ਆਪਣੇ, ਮੈਂ ਜਦੋਂ ਜੇਲ੍ਹ 'ਚ ਸੀ ਨਾ ਤੇ ਉੱਥੇ ਮੇਰੀ ਮੁਲਾਕਾਤ ਯਾਸਿਨ ਮਲਿਕ ਨਾਲ ਹੋਈ। ਉਹ ਜੰਮੂ ਕਸ਼ਮੀਰ ਲਿਬਰੇਸ਼ਨ ਫੋਰਸ ਦਾ ਕਮਾਂਡਰ ਇਨ ਚੀਫ ਸੀ। ਉਦੋਂ ਬਾਅਦ ਉਹਨਾਂ ਨੇ ਆਪਦਾ ਹਥਿਆਰਬੰਦ ਸੰਘਰਸ਼ ਜਿਹੜਾ ਉਹ ਸੀਜ਼ ਫਾਇਰ ਹੋਈ ਤੇ ਉਹਨਾਂ ਨੇ ਫਿਰ ਇੱਕ ਪੀਸਫੁਲ ਸਟਰਗਲ ਸ਼ੁਰੂ ਕੀਤੀ। ਪਰ ਉਹਨਾਂ ਨੂੰ ਹਥਿਆਰਬੰਦ ਸੰਘਰਸ਼ 'ਚ ਸਪੇਸ ਤਾਂ ਮਿਲਦੀ ਨਹੀਂ ਹੁੰਦੀ ਤਾਂ ਸੰਘਰਸ਼ ਉੱਥੋਂ ਤੱਕ ਪਹੁੰਚਦਾ, ਤੇ ਉਹਨਾਂ ਨੂੰ ਪੀਸਫੁਲ ਸਟਰਗਲ 'ਚ ਵੀ ਸਪੇਸ ਨਹੀਂ ਦਿੱਤੀ ਗਈ, ਚੱਕ ਜੇਲ੍ਹਾਂ 'ਚ ਸਿੱਟਤਾ। ਇਹ ਆਪਣੇ ਨਾਲ ਵੀ ਹੋਣੀਆਂ ਗੱਲਾਂ, ਹਜੇ ਤਾਂ 2 ਮਹੀਨੇ ਹੀ ਲਾਏ ਆ। ਸੋ ਉਹਨੇ ਮੈਨੂੰ ਇੱਕ ਗੱਲ ਦੱਸੀ ਤੇ ਉਹ ਕਹਿੰਦਾ, ਉਹਨੇ ਮੈਨੂੰ ਇੱਕ ਪੋਇਟਰੀ ਸ਼ੇਅਰ ਦੱਸਿਆ, ਕਹਿੰਦਾ तेरे गम को जहां की तलाश थी तेरे जानसार चले गए, तेरी राह में करते थे सर तलब सरे राह गुजर चले गए, ये हम ही थे जिनके लिबास पर सरे राह से आही लिखी गई, यही दाग सजा सजा के हम सरे बज़ में यार चले गए, न रहा रुखे जुनूने वफा ये रस्मो ये दार करोगे क्या, न रहा रखे जुनूने वफा ये रस्मो ये दार करोगे क्या, जिन्हें जुल्म सितम पर नाज था वो गुनहगार चले गए, ये हम ही थे जिनके लिबास पे सरे राह से आही लिखी गई, यही दाग सजा सजा के हम सरे बज़ में यार चले गए। हुणे ਜਦੋਂ ਮੈਨੂੰ ਉਹਨਾਂ ਨੇ ਸ਼ੇਰ ਸੁਣਾਇਆ, ਮੈਂ ਉਹਨਾਂ ਨੂੰ ਇੱਕ ਸਵਾਲ ਪੁੱਛਿਆ ਸੀ। ਮੈਂ ਕਿਹਾ ਯਾਰ ਇੰਨੇ ਮੇਰੇ ਤੇ ਦੂਸ਼ਣਬਾਜ਼ੀ, ਇੰਨਾ ਕੁਛ, ਗਦਾਰ, ਪਰਿਵਾਰ ਨੂੰ ਘੜੀਸ ਲਿਆ। ਕਹਿੰਦਾ ਬਾਈ ਜੀ ਜਿਹੜੇ ਰਾਹ ਤੇ ਤੂੰ ਤੁਰ ਪਿਆ, ਜਿਹੜੀ ਧਿਰ ਨਾਲ ਮੱਥਾ ਲਾਈ ਬੈਠਾ, ਉਹਨਾਂ ਨੇ ਤੇਰੇ ਲਿਬਾਸ ਤੇ ਆਹੀ ਛਿੱਟੇ ਪਾਉਣੇ ਆ, ਇਹੀ ਛਿੱਟੇ, ਇਹੀ ਦਾਗ ਸਜਾ ਸਜਾ ਕੇ ਤੈਨੂੰ ਉਹ ਸਾਰੇ ਬਜ਼ ਮੇ ਬਾਜ਼ਾਰਾਂ ਚੋਂ ਨਿਕਲਣਾ ਪੈਣਾ ਤੇ ਉਹਨੂੰ ਸਜਾ ਕੇ ਨਿਕਲਣਾ ਪੈਣਾ ਵੀ ਆਹ ਵੇਖੋ ਮੇਰੇ ਦਾਗ, ਆਹ ਵੇਖੋ ਮੇਰੇ ਛਿੱਟੇ। ਤੇ ਜਿਹੜੇ ਕਹਿੰਦੇ ਹੁੰਦੇ ਆ ਨਾ ਤੇਰੇ ਗਮ ਕੋ ਜਾਂ ਕੀ ਤਲਾਸ਼ ਥੀ ਤੇਰੇ ਜਾਨਸਾਰ ਚਲੇ ਗਏ, ਵੀ ਬਾਈ ਅਸੀਂ ਨਾਲ ਆ ਯਾਰ, ਅਸੀਂ ਕੋਈ ਨਹੀਂ ਤੇਰੇ ਨਾਲ ਆ, ਖੜੇ ਆ, ਉਹ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਪਾਸੇ ਹੋ ਜਾਣਾ ਹੁੰਦਾ। ਪਰ ਜਿਹੜੇ ਬੰਦਿਆਂ ਨੇ ਖੜਨਾ ਹੁੰਦਾ ਉਹ ਪਿੰਡਾਂ 'ਚ ਬੈਠੇ ਆ। ਹੁਣ ਜੇ ਅਗਲੀ ਵਾਰੀ ਪੰਜਾਬ ਜਾਏਗਾ ਤਾਂ ਪਿੰਡਾਂ 'ਚ ਹੋ ਜੀ, ਉਹ ਬੰਦੇ ਤੇਰੇ ਨਾਲ ਤੁਰਨਗੇ, ਉਹ ਬੰਦੇ ਇਨਕਲਾਬ ਲੈ ਕੇ ਆਉਣਗੇ। ਆ ਸ਼ਹਿਰੀਆਂ ਨੇ, ਵਪਾਰੀਆਂ ਨੇ ਸਭ ਤੋਂ ਪਹਿਲਾਂ ਭੱਜਣਾ ਹੁੰਦਾ। ਸੋ ਇਹ ਗੱਲਾਂ ਅਗਲਿਆਂ ਦੀਆਂ ਤਾਂ ਤਜਰਬੇ ਆ, ਆਪਾਂ ਉਹ ਤਜਰਬਿਆਂ ਤੋਂ ਮਾੜਾ ਮੋਟਾ ਸਿੱਖ ਲੈਂਦੇ ਆ। ਆਪਣੇ ਕੋਲੇ ਤਾਂ ਕਿਹੜੇ ਤਜਰਬੇ ਆ, ਤੇ ਜਾਂ ਇਹ ਵੀ ਕਹਿ ਲਓ ਵੀ ਜਜ਼ਬਾ ਵੀ ਸਾਰੇ ਜਿਹੜੇ ਸਾਡੇ ਇੱਥੇ ਸੰਘਰਸ਼ੀ ਬੰਦੇ ਬੈਠੇ ਆ ਇਹਨਾਂ ਤੋਂ ਮਾੜਾ ਸਿੱਖਦੇ ਆ ਵੀ ਚਲੋ ਤੁਰ ਗਏ ਜੀ, ਚਲੋ ਤੁਰ ਗਏ ਇਕੱਠੇ ਹੋ ਕੇ। ਪਰ ਜਿਵੇਂ ਦਾਨਗੜ੍ਹ ਬਾਈ ਜੀ ਨੇ ਇੱਕ ਗੱਲ ਕਹੀ ਸੀ ਵੀ ਕੋਈ ਪਲੇਟਫਾਰਮ ਕ੍ਰੀਏਟ ਕਰੀਏ। ਪਲੇਟਫਾਰਮ ਆਪਾਂ ਬਿਲਕੁਲ, ਸਾਨੂੰ ਮੈਂ ਤੁਹਾਨੂੰ ਕਿਹਾ ਵੀ ਤੁਹਾਨੂੰ 4 ਤਰ੍ਹਾਂ ਦੀ ਜਥੇਬੰਦਕ ਢਾਂਚਾ, ਪੰਥਕ ਮਸਲਿਆਂ ਤੇ ਬੋਲਣ, ਮੈਂ ਤਾਂ ਸਾਬਤ ਸੂਰਤ ਵੀ ਨਹੀਂ ਆ, ਪੰਥਕ ਮਸਲਿਆਂ ਤੇ ਬੋਲ ਵੀ ਨਹੀਂ ਸਕਦਾ, ਐਕਸੈਪਟੇਬਿਲਿਟੀ ਵੀ ਨਹੀਂ ਹੈ ਨਾ। ਤਾਂ ਇਸ ਕਰਕੇ ਸਾਡੇ ਸਾਬਤ ਸੂਰਤ ਬੰਦੇ ਪੰਥਕ ਮਸਲਿਆਂ ਤੇ, ਪੰਥ ਦੀ ਰਾਜਨੀਤੀ ਤੇ ਬੋਲਣ, ਸਮਾਜਿਕ ਤੇ ਸਮਾਜ ਤੇ ਰਾਜਸੀ ਮਸਲਿਆਂ ਤੇ ਬੋਲਣ ਪੰਜਾਬ ਦੇ। ਫਿਰ ਸਾਡੇ ਕੋਲੇ ਜਿਹੜੀ ਅਸੀਂ ਇੱਕ ਗੱਲ ਕਰਦੇ ਸੀ ਵੀ ਉਹ ਧਿਰ ਵੀ ਹੋਵੇ ਜਿਹੜੀ ਅੱਖਾਂ 'ਚ ਅੱਖਾਂ ਪਾ ਕੇ ਸਰਕਾਰ ਨਾਲ ਗੱਲਾਂ ਕਰ ਸਕੇ, ਜਿਵੇਂ ਹੀ ਡਾਂਗ ਸੋਟੇ ਵਾਂਗੂ ਗੱਲਾਂ ਕਰ ਸਕੇ ਵੀ ਅਸੀਂ ਦੱਸੋ ਜੀ। ਤੇ ਇੱਕ ਮੇਨ ਸਟ੍ਰੀਮ ਪੋਲਿਟਿਕਸ ਕੀ ਆ? ਵੋਟ ਪੋਲਿਟਿਕਸ। ਸੌਰੀ ਮੈਂ ਥੋੜਾ ਜਿਹਾ ਹੋ ਸਕਦਾ ਜਾਂਦੇ ਜਾਂਦੇ ਆਪਾਂ ਗੱਲਾਂ ਕਰਦੇ ਰਹੀਏ, ਪਰ ਜੇ ਕੁਛ ਨਹੀਂ ਕਿਸੇ ਦੇ ਕੋਈ ਗੱਲ ਸਮਝ ਆਈ ਜਾਂ ਮੇਰੇ ਤੋਂ ਕੁਝ ਪੁੱਛਣਾ ਚਾਹੁੰਦਾ, ਵਿੱਚੋਂ ਰੋਕ ਕੇ ਵੀ ਪੁੱਛ ਲਓ, ਚਾਹੇ ਬਾਅਦ 'ਚ ਪੁੱਛ ਲਿਓ। ਹੁਣ ਮੇਨ ਸਟ੍ਰੀਮ ਪੋਲਿਟਿਕਸ, ਵੋਟ ਪੋਲਿਟਿਕਸ ਕੀ ਹੁੰਦੀ ਆ? ਵੋਟ ਪੋਲਿਟਿਕਸ ਸਾਨੂੰ ਐਂ ਲੱਗਦਾ ਵੀ ਚੋਣਾਂ ਜਿੱਤ ਲਓ ਤੇ ਸਾਡਾ ਹੱਲ ਹੋ ਜੂ। ਉਹ ਇੱਕ ਅੰਸ਼ਕ ਜੀ ਪ੍ਰਾਪਤੀ ਜ਼ਰੂਰ ਹੋ ਜੂਗੀ। ਜਿਹੜੇ ਸਾਡੇ ਬੰਦੇ ਬਾਕੀ ਲੜ ਰਹੀਆਂ ਧਿਰਾਂ, ਉਹਨਾਂ ਦੀ ਸਪੋਰਟ ਜੀ ਇੱਕ ਜ਼ਰੂਰ ਹੋ ਜੂਗੀ। ਪਰ ਜਿਵੇਂ ਸੈਂਟਰਲਾਈਜੇਸ਼ਨ ਆਫ ਪਾਵਰ ਹੋ ਗਈ ਆ ਨਾ, ਚੋਣਾਂ ਲੜ ਕੇ ਸਾਡਾ ਕੁਝ ਹੱਲ ਇਕੱਲਾ ਨਹੀਂ ਹੋ ਸਕਦਾ। ਪਰ ਲੜਨੀਆਂ ਸਾਨੂੰ ਫੇਰ ਵੀ ਚਾਹੀਦੀਆਂ, ਸਾਨੂੰ ਲੜਨੀਆਂ ਚਾਹੀਦੀਆਂ। ਇੱਕ ਧਿਰ ਆਪਦੀ ਖੜੀ ਕਰਨੀ ਚਾਹੀਦੀ ਆ ਜਿਹੜੀ ਤੁਹਾਡੇ ਹੱਕ ਹਕੂਕ ਦੀ ਗੱਲ ਕਰੇ, ਜਿਹੜੀ ਜਾ ਕੇ ਵਿਧਾਨ ਸਭਾ 'ਚ, ਲੋਕ ਸਭਾ 'ਚ ਤੁਹਾਡੇ ਆਵਾਜ਼ ਬੁਲੰਦ ਕਰੇ। ਅੱਜ ਤੱਕ ਸਾਡੇ ਨਾਲ ਇਹ ਵੀ ਨਹੀਂ ਵਾਪਰਿਆ। ਤੁਹਾਡੇ ਨਾਲ ਵਾਪਰਦਾ ਕੀ ਆ?
ਸਾਨੂੰ ਵਰਗਲਾ ਕੇ ਮੈਨੂਪੂਲੇਟ ਕਰਕੇ। ਪਿਛਲੀ ਵਾਰੀ ਕੈਪਟਨ ਸਾਹਿਬ ਆਏ, ਗੁਟਕਾ ਸਾਹਿਬ ਹੱਥ 'ਚ ਫੜ ਕੇ ਉਹਦੀ ਸਹੁੰ ਖਾ ਗਏ, ਇੱਕ ਪਾਸੇ ਨਸ਼ਿਆਂ ਦੀ ਗੱਲ ਕਰਕੇ, ਇੱਕ ਪਾਸੇ ਵੀ ਮੈਂ ਜਿੰਨਾ ਭ੍ਰਿਸ਼ਟਾਚਾਰ ਜਾਂ ਕਰਪਸ਼ਨ ਚੱਲ ਰਹੀ ਹੈ ਇਹਨੂੰ ਖਤਮ ਕਰੂੰ। ਉਸ ਵੇਲੇ ਅੱਛਾ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਕਰਕੇ, ਉਹਨਾਂ ਦੇ ਨਿਰਾਦਰ ਜਿਹੜਾ ਹੋਇਆ ਉਹਦੇ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ। ਤੇ ਸਾਡੀ ਜਿਹੜੀ ਇਹ ਸੀ ਪਹਿਲਾਂ ਵੀ ਜਿਹੜੇ ਉਦੋਂ ਪਹਿਲਾਂ ਤੁਰੇ ਆਉਂਦੇ ਆ ਯਾਰ ਇਹਨਾਂ ਨੂੰ ਸਿੱਟਣਾ ਐਕਤੀ, ਕਿਉਂਕਿ ਇਹ ਮੁੱਛ ਜੀ ਬੜਾ ਬਟਾਇਆ ਦੇਈ ਫਿਰਦੇ ਆ। ਤੇ ਫਿਰ ਦੂਜਾ ਜਿਹੜਾ ਸਾਨੂੰ ਵਰਗਲਾ ਗਿਆ ਅਸੀਂ ਉਧਰ ਨੂੰ ਉੱਲਰ ਗਏ। ਸਾਡੇ ਨਾਲ ਇਹੀ ਵਾਪਰਦਾ ਐਕਤੀ, ਹੁਣ ਪਤਾ ਨਹੀਂ ਕਿੱਧਰ ਨੂੰ ਉੱਲਰਾਂਗੇ। ਸੋ ਇਹਨਾਂ ਬੰਦਿਆਂ ਨੇ ਸਾਡੇ ਨਾਲ ਇਹੀ ਕੰਮ ਕੀਤੇ, ਸਾਨੂੰ ਆਬਜੈਕਟ ਦੀ ਤਰ੍ਹਾਂ ਯੂਜ਼ ਕੀਤਾ, ਵਸਤੂ ਦੀ ਤਰ੍ਹਾਂ। ਜਿਹੜਾ ਸਾਨੂੰ ਹੁਣ ਬਾਈ ਜੀ ਨੇ ਇੱਕ ਗੱਲ ਕਹੀ ਸੀ ਵੀ ਉਹ ਬਿਹਾਰੀ ਬਾਬੂ ਕੌਣ ਆ? ਸਟ੍ਰੈਟਜਿਸਟ, ਪੋਲੀਟੀਕਲ ਸਟ੍ਰੈਟਜਿਸਟ ਕਹਿੰਦਾ ਉਹ ਆਪਦੇ ਆਪ ਨੂੰ ਹੈ ਵੀ ਬਾਈ, ਜੇ ਸਰਕਾਰਾਂ ਬਣਵਾ ਜਾਂਦੇ ਆ ਤਾਂ। ਪ੍ਰਸ਼ਾਂਤ ਕਿਸ਼ੋਰ, ਹਨਾ, ਹਾਂ ਪ੍ਰਸ਼ਾਂਤ ਕਿਸ਼ੋਰ, ਉਹਨਾਂ ਨੇ ਆਈਡੀਆ ਦਿੱਤਾ ਵੀ ਆਹ ਆਈਡੀਆ ਜਾ ਕੇ ਥਰੋ ਕਰੋ। ਤੇ ਲੋਕਾਂ ਦੀ ਮਾਨਸਿਕਤਾ ਜਾਂ ਲੋਕ ਤਾਂ ਇਹੋ ਜਿਹੇ ਆ ਵੀ ਉਹ ਇਸ ਗੱਲ ਤੇ ਫੜੇ ਜਾਣਗੇ ਤੇ ਕਾਂਗਰਸ ਸਰਕਾਰ ਬਣਾ ਗਈ। ਹੁਣ ਅਗਲੇ ਜੇ ਕੋਈ ਆ ਕੇ ਇਹੋ ਜਿਹੀ ਗੱਲ ਫੇਰ ਕਰ ਜਾਣਗੇ, ਉਹ ਮੁੜ ਕੇ ਸਾਨੂੰ ਲੱਗੂ ਵੀ ਇਹਨਾਂ ਨੇ ਕੁਛ ਨਹੀਂ ਕੀਤਾ, ਉਧਰ ਨੂੰ ਹੋ ਜਾਓ। ਸਾਨੂੰ ਵਸਤੂ ਦੀ ਤਰ੍ਹਾਂ ਟਰੀਟ ਕਰਦੇ ਆ, ਵਰਤਦੇ ਆ ਜਿਵੇਂ ਇੱਕ ਆਬਜੈਕਟ। ਜਿਵੇਂ ਆ ਪਾਣੀ ਦੀ ਬੋਤਲ ਪਈ ਆ, ਉੱਥੋਂ ਚੱਕ ਕੇ ਮੈਂ ਇੱਥੇ ਰੱਖਤੀ, ਐਂ ਟਰੀਟ ਕਰਦੇ ਆ। ਸਾਡੇ ਕੋਲੇ ਆਪਦੀ ਹੱਕ ਜਾਂ ਆਪਦੇ ਹੱਕ ਹਕੂਕ ਦੀ ਆਵਾਜ਼, ਜਾਂ ਅਸੀਂ ਇਹ ਕਹੀਏ ਵੀ ਰਾਜਸੀ ਚੇਤਨਾ ਸਾਡੇ 'ਚ ਆ ਜੇ, ਇਹ ਤਾਂ ਇਹਨਾਂ ਬੰਦਿਆਂ ਦਾ ਕਦੇ ਕੰਮ ਹੀ ਨਹੀਂ ਰਿਹਾ। ਸੋ ਬੜਾ ਕੁਛ ਆ ਕਰਨ ਨੂੰ, ਪਲੇਟਫਾਰਮ ਕ੍ਰੀਏਟ ਕਰਾਂਗੇ, ਇਕੱਠੇ ਹੋ ਕੇ ਤੁਰਨ ਦਾ। ਜਿੱਦਾਂ ਸਾਰਿਆਂ 'ਚ ਜਜ਼ਬਾ ਆ ਗਿਆ, ਆਪਾਂ ਸ਼ੁਰੂ ਕਰ ਦਿੰਨੇ ਆ, ਛੇਤੀ ਸ਼ੁਰੂ ਕਰ ਦਿੰਨੇ ਆ ਕੁਛ ਨਾ ਕੁਛ। ਫੇਰ ਅਸੀਂ ਜੁੜ ਕੇ ਗੱਲਾਂ ਕਰਦੇ ਰਹਾਂਗੇ ਜੀ। ਮੇਰੇ ਵੱਲੋਂ ਬਹੁਤ ਸਾਰਾ ਸਤਿਕਾਰ ਤੇ ਪਿਆਰ ਜੀ। ਜਿਉਂਦੇ ਵਸਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦੀਪ ਜੀ, ਇਸ ਟਾਈਮ ਜੋ ਨਾ ਪੰਜਾਬ ਦੇ ਨੌਜਵਾਨਾਂ ਦੀ ਸਥਿਤੀ ਆ, ਸਾਰੀਆਂ ਪਾਰਟੀਆਂ ਡਵਾਂਡੋਲ। ਜਿਵੇਂ ਆਪ ਜੀ ਕਹਿੰਦੇ ਹੋ ਬਈ ਆਪਾਂ ਪੋਲੀਟੀਕਲ ਸਟਰਕਚਰ ਹੋਰ ਸਾਜਿਆ ਜਾ ਸਕਦਾ। ਬੜਾ ਸਮਾਂ ਮਾਨ ਸਾਹਿਬ ਦੇ ਨਾਲ ਰਹੇ। ਹਾਂਜੀ ਹਾਂਜੀ। ਅੱਜ ਕੁਝ ਨਵੀਆਂ ਧਿਰਾਂ ਖੜੀਆਂ ਹੋਈਆਂ, ਲੋਕ ਅਧਿਕਾਰ ਲੈ ਤੇ ਚੰਗੇ ਮੁੰਡੇ ਤੁਰੇ, ਜਾਂ ਕਿਵੇਂ ਵੀ ਆਪਾਂ ਕਰਕੇ, ਜੇ ਅੱਜ ਸਾਡੇ ਕੋਲ ਥੋੜੀ ਬਹੁਤੀ ਵੀ ਰਾਜਸੀ ਕੋਈ ਤਾਕਤ ਆਉਂਦੀ ਆ, ਤੇ ਅਸੀਂ ਜਿਵੇਂ ਪਿਛਲੀਆਂ ਸਮਿਆਂ ਦੇ ਵਿੱਚ ਸਾਨੂੰ ਥੋੜੇ ਸਮੇਂ ਵਾਸਤੇ ਨਵਾਬੀ ਮਿਲੀ ਸੀ ਤੇ ਅਸੀਂ ਆਪਣੇ ਦਲ ਖੜੇ ਕਰ ਲਿਆ ਸੀ, ਤੇ ਅਸੀਂ ਮੁੜ ਕੇ ਜੰਗਾਂ ਜਿੱਤੀਆਂ ਬੜੀਆਂ। ਵੀ ਇਸ ਤਰ੍ਹਾਂ ਕੋਈ ਆਪਾਂ ਪਾਵਰ ਲੈ ਕੇ ਆਪਾਂ ਖੜਨ ਜੋਗੇ ਨੌਜਵਾਨਾਂ ਨੂੰ ਕਰੀਏ, ਸਾਡੇ ਜੇਲ੍ਹਾਂ ਵਿੱਚੋਂ ਬਾਹਰ ਆਉਣ। ਆਪਾਂ ਇਹੋ ਜਿਹਾ ਕੋਈ, ਜਿਵੇਂ ਭਾਈ ਸਾਹਿਬ ਪਹਿਲਾਂ ਬੋਲਦੇ ਸੀਗੇ ਵੀ ਸਾਰੇ ਪੰਜਾਬ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਆਪ ਜੀ ਨੂੰ ਮਿਲਣ ਵਾਸਤੇ ਜਾਂ ਤੁਰਨ ਵਾਸਤੇ। ਅਸੀਂ ਕਪੂਰਥਲੇ ਤੋਂ ਤੁਹਾਡੇ ਨਾਲ ਗੱਲ ਹੋਈ ਸੀਗੀ। ਹਾਂਜੀ ਹਾਂਜੀ। ਤੇ ਮੈਂ ਕਿਹਾ ਅਸੀਂ ਪਹੁੰਚਾਂਗੇ ਜ਼ਰੂਰ। ਤੇ ਤੁਰਨ ਵਾਸਤੇ ਦੁਨੀਆ ਤਿਆਰ ਬੈਠੀ ਆ, ਸਾਨੂੰ ਦੱਸੋ ਚੱਲਣਾ ਬਹੁਤ ਜਣ ਤਿਆਰ ਸੀ, ਪਰ ਨਹੀਂ, ਅਸੀਂ ਕਿ ਆਪਾਂ ਕਪੂਰਥਲੇ ਵਿੱਚ ਸਮਾਂ ਬਣਾਵਾਂਗੇ। ਪਰ ਆਪਾਂ ਇਸ ਤਰ੍ਹਾਂ ਚਾਹੁੰਦੇ ਆ ਵੀ ਆਪਾਂ ਕੋਈ ਜ਼ਰੂਰ ਪਲੇਟਫਾਰਮ ਕਾਇਮ ਕਰੀਏ। ਆਪਾਂ ਪਹਿਲਾਂ ਆਪਣੇ ਪੈਰ ਤਾਂ ਖੜੇ ਕਰੀਏ ਨਾ। ਉਦੋਂ ਵੀ ਸਾਡੇ ਜਿਹੜੇ ਸਿਆਸੀ ਵੱਡੇ ਆਗੂ ਬੈਠੇ ਸੀ, ਦਰਬਾਰਾ ਸਿੰਘ ਵਰਗੇ, ਉਹਨਾਂ ਨਵਾਬੀ ਤੋਂ ਨਾ ਕੀਤੀ ਸੀ, ਪਰ ਅਖੀਰ ਸਰਦਾਰ ਕਪੂਰ ਸਿੰਘ ਦੇ ਸਿਰ ਤੇ ਸੱਜ ਜਾਂਦੀ ਉਹ ਲੰਬੀ ਵਿਚਾਰ ਤੋਂ ਬਾਅਦ ਦੇ ਵਿੱਚ। ਪਰ ਉਸ ਸਮੇਂ ਸਾਡੀ ਏਡੀ ਕੌਮ ਪਾਵਰਫੁਲ ਹੋਈ ਤੇ ਅਸੀਂ ਉਹ ਰਾਜ ਦੇ ਲਾਗੇ ਪਹੁੰਚੇ। ਵੀ ਇਸ ਤਰ੍ਹਾਂ ਕੋਈ ਸਾਰੇ ਨੌਜਵਾਨ ਜੋ ਚਾਹੁੰਦੇ ਆ, ਮੈਂ ਉਹ ਦਰਜਬੰਦੀ ਕਰਕੇ ਤੁਹਾਨੂੰ ਦੱਸੀ ਆ। ਆਪ ਜੀ ਇੱਥੇ ਕੋਈ ਵਿਚਾਰ ਕਰੋ। ਨਹੀਂ ਜੀ, ਗੱਲ ਤੁਹਾਡੀ ਠੀਕ ਆ, ਪਰ ਸਾਨੂੰ ਇੱਕ ਗੱਲ ਜ਼ਰੂਰ ਸਮਝ ਲੈਣੀ ਚਾਹੀਦੀ ਆ। ਸਬਜ਼ ਬਾਗ ਫੇਰ ਨਹੀਂ ਆਪਾਂ ਦਿਖਾ ਸਕਦੇ। ਅੱਜ ਜੇ ਤੁਸੀਂ ਮੰਨ ਲਓ ਪੰਜਾਬ ਦੀ ਇੱਕ ਖੇਤਰੀ ਪਾਰਟੀ ਉਹ ਪਾਵਰ ਲੈ ਵੀ ਜਾਂਦੀ ਆ, ਜਦੋਂ ਤੱਕ ਤੁਸੀਂ ਉਸ ਡੀਸੈਂਟਰਲਾਈਜੇਸ਼ਨ ਆਫ ਪਾਵਰ ਲਈ ਨਹੀਂ ਲੜਦੇ। ਕਿਉਂਕਿ ਦੇਖ ਲਓ ਜਿਹੜੇ ਸਾਡੇ CM ਵੀ ਆ, ਉਹਨਾਂ ਦੀ ਪਾਵਰ ਨਗਰ ਨਿਗਮ ਦੇ ਪ੍ਰਧਾਨ ਜਿੰਨੀ ਆ, ਕੋਈ ਪਾਲਿਸੀ ਮੇਕਿੰਗ ਦੀ ਪਾਵਰ ਨਹੀਂ। ਇੱਕ ਕਾਨੂੰਨ ਬਣਾਏ ਜਾਂਦੇ ਆ, ਸੰਵਿਧਾਨ ਕਹਿੰਦਾ ਇਹ ਜਿਹੜਾ ਖੇਤੀ ਤੇ ਕਾਨੂੰਨ ਬਣਾਏ ਜਾਂਦੇ ਆ, ਸੰਵਿਧਾਨ ਇਹ ਕਹਿ ਰਿਹਾ ਵੀ ਇਹ ਸੂਬੇ ਦਾ ਅਧਿਕਾਰ ਆ। ਸੈਂਟਰ ਸਰਕਾਰ ਕਾਨੂੰਨ ਬਣਾ ਦਿੰਦੀ ਆ, ਸਾਡੇ 117 ਦੇ 117 MLA ਮਤਾ ਪਾ ਦਿੰਦੇ ਆ। ਉਹ ਮਤਾ ਇੱਕ ਕਾਗਜ਼ ਦਾ ਟੁਕੜਾ ਬਣ ਕੇ ਅੱਜ ਵੀ ਵਿਧਾਨ ਸਭਾ 'ਚ ਕਿਤੇ ਪਿਆ। ਦਿੱਲੀ ਸਰਕਾਰ ਨੇ ਜਾਂ ਸਾਡੇ ਇੱਥੋਂ ਦੇ ਗਵਰਨਰ ਨੇ, ਰਾਜਪਾਲ ਨੇ ਉਹਦੇ ਤੇ ਕੋਈ ਐਕਸ਼ਨ ਨਹੀਂ ਲਿਆ। ਤੁਸੀਂ ਇਹ ਵੇਖੋ ਵੀ ਇਹਦਾ ਮਤਲਬ ਅਸੀਂ ਕਹਿ ਦਿੰਨੇ ਆ ਵੀ ਇਹ ਸੂਬਾ ਸਰਕਾਰ ਆ, ਇੱਥੇ
ਸੂਬੇ ਵਾਲੇ ਸਾਡੇ ਬੰਦੇ ਆ ਜਿਹੜੇ ਅਸੀਂ ਆਪਦੇ ਮੰਤਰੀ ਜਾਂ ਚੀਫ ਮਿਨਿਸਟਰ ਬਣਾਏ ਬੈਠੇ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।